श्री नानक पाद पंकज बंदन पाद पंकज बंदना सिमरो अंगद दुख निकंदना अमरदास गुर हृदय त्यावो हृदय त्यावो श्री गुरु रामदास गुण गावो श्री अर्जन विघ्नन के नाशक विघ्नन के नाशक हर गोबिंद शुभ समत प्रकाशक श्री हर राय नमो कर जोरी नमो कर जोरी गुरु हर कृष्ण मनाए बहोरी तेग बहादुर परम कृपाला परम कृपाला श्री गुरु गोबिंद सिंह विसाला तरों तरा पर पुन पुन सीसा पुन पुन सीसा बंदों बार बार जगदीशा जिस मह अमृत ज्ञान है मानक भगत पैराग श्री गुरु ग्रंथ साहिब उदद बंदों कर अनुराग एक ओंकारा सतगुरु तेह प्रसाद सत होए वाहिगुरु जी की फतेह विघ्न विनाशन सोए वाहिगुरु जी की फतेह विघ्न विनाशन सोए। दोहरा ज्ञानहीन अज्ञान मह नह जाने निज काल नैनहीन ज्यों जात है सामोह सर्प विसाल जुगो जुग अटल चबर चबर तख्त दे मालक गुरता गद्दी ते विराजमान साहिब श्री गुरु ग्रंथ साहिब जी महाराज जी की पावन पवित्र हजूरी अंदर जुड़ मिल बैठे सत्कार योग सतसंगी जनों सतगुरां जी की अपार बख्शिश है सतगुरां जी की अपार रहमत हुई है कि सानू इस सुभाग समा बख्शिश किया है सतगुरां जी ने जिथे सतगुरां जी की पावन हजूरी अंदर जुड़ मिल के असी सतगुरां जी की अमृतमई बाणी का कीर्तन सरवण करते हाँ नाल ही नाल गुरु इतिहास तो जानन होण का भी यतन करते हाँ। पिछले प्रसंग दे विच जो धन गुरु नानक साहब जी महाराज जी के इतिहास दे विचों गुरु साहब जी पांधे दे नाल चल रहे विचार चर्चा का चल रहा है। कल दे दीवाना दे विच असीं सरवण कीता सी जिवें पांधा सतगुरु जी नूं सवाल करदा है कि हे सतगुरु जी भी जिन्ने भी दुनियावी तौर दे उत्ते लोग अमीर मन्ने जाते हैं जिन्हां दे कोल दुनियावी पदार्थ ने वो दुनियावी पदार्थां नूं सुख मन्नी बैठे ने अपने धीआं पुत्तरां नूं अपने घर कारोबार नूं यही सारा कुछ सुख मन्नी बैठे ने। कहता भी परमात्मा इन्हां दे जीवन दे विच कोई इहो जी हलचल क्यों नहीं पैदा करदा भी जिस दे नाल इन्हां नूं भी थोड़ी मत मिले इन्हां नूं भी थोड़ी सोझी आवे भी ये भी परमात्मा की बंदगी दे नाल जुड़ जाण। फिर सतगुरु जी उस पांधे नूं समझाउणा करदे ने भी हे भाई हे पांधे भी इहो जे लोग जिहड़े ना इसे तरह
ਵੱਡੇ ਵੱਡੇ ਘਰਾਂ ਵਾਲੇ ਨੇ, ਵੱਡੇ ਵੱਡੀਆਂ ਗੱਡੀਆਂ ਕਾਰਾਂ ਵਾਲੇ ਨੇ, ਜਾਂ ਧਨ ਦੌਲਤਾਂ ਵਾਲੇ ਨੇ, ਇਹ ਅਸਲ ਦੇ ਵਿੱਚ ਪਾਤਸ਼ਾਹ ਜੀ ਕਹਿੰਦੇ ਵੀ ਇਹਨਾਂ ਦਾ ਵੀ ਸਰੀਰ ਇੱਕ ਨਾ ਇੱਕ ਦਿਨ ਮਿੱਟੀ ਹੋ ਜਾਣਾ, ਪਰ ਇਹਨਾਂ ਦੇ ਮਨ ਦੇ ਵਿੱਚ ਇਹੋ ਜਿਹਾ ਮਾਇਆ ਨੇ ਪੈਰ ਪਸਾਰੇ ਹੋਏ ਨੇ ਨਾ, ਇਹੋ ਜਿਹੇ ਮਾਇਆ ਦੇ ਪ੍ਰਭਾਵ ਹੇਠ ਆਏ ਹੋਏ ਨੇ ਵੀ ਇਹਨਾਂ ਨੂੰ ਆਪਣੀ ਮੌਤ ਵੀ ਭੁੱਲ ਗਈ ਆ। ਇਸੇ ਤਰ੍ਹਾਂ ਵਿਚਾਰ ਚਰਚਾ ਚੱਲਦੀ ਆ ਰਹੀ। ਅੱਜ ਦੇ ਇਸ ਪ੍ਰਸੰਗ ਦੀ ਲੜੀ ਦੇ ਵਿੱਚ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਕਲਗੀਧਰ ਪਿਤਾ ਜੀ ਵੱਲੋਂ ਬਖਸ਼ੀ ਫਤਿਹ ਦੇ ਨਾਲ ਸਾਂਝ ਪਾਈਏ ਜੀ। ਦੋਵੇਂ ਹੱਥ ਜੋੜ ਕੇ ਪਿਆਰ ਸਤਿਕਾਰ ਨਾਲ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆਨਹੀਨ ਅਗਿਆਨ ਮਹਿ ਨਹਿ ਜਾਣੇ ਨਿਜ ਕਾਲ, ਨੈਣਹੀਨ ਜਿਉ ਜਾਤ ਹੈ ਸਾਮੂਹ ਸਰਪ ਵਿਸਾਲ। ਪਾਤਸ਼ਾਹ ਜੀ ਕਹਿੰਦੇ ਵੀ ਇਹੋ ਜਿਹੇ ਮੂਰਖ ਲੋਕਾਂ ਦਾ ਜਿਹੜਾ ਜੀਵਨ ਹੈ ਨਾ, ਉਹ ਇੰਜ ਬਤੀਤ ਹੁੰਦਾ ਵੀ ਮੰਨ ਲਓ ਕਿਸੇ ਮਨੁੱਖ ਦੀਆਂ ਅੱਖਾਂ ਨਹੀਂ ਨੇ, ਅੱਖਾਂ ਤੋਂ ਅੰਨਾ ਹੈ, ਤੇ ਉਹ ਅੱਖਾਂ ਤੋਂ ਅੰਨਾ ਹੋਣ ਦੇ ਕਾਰਨ ਉਸਨੂੰ ਪਤਾ ਨਹੀਂ ਲੱਗਦਾ ਵੀ ਰਾਸਤੇ ਦੇ ਵਿੱਚ ਕਿਹੜੀ ਚੀਜ਼ ਪਈ ਹੈ ਕਿਹੜੀ ਨਹੀਂ ਪਈ, ਤੇ ਉਹ ਜ਼ਹਿਰ ਵਾਲੇ ਸੱਪ ਦੇ ਮੂੰਹ ਦੀ ਲੰਘਿਆ ਜਾਂਦਾ ਤੇ ਸੱਪ ਦੇ ਰਾਹੀਂ ਡੰਗਿਆ ਜਾਂਦਾ ਹੈ। ਇਸੇ ਤਰ੍ਹਾਂ ਜਿਹੜੇ ਮੂਰਖ ਨੇ ਨਾ, ਮੂਰਖਤਾ ਦੇ ਵੱਸ ਪਏ ਹੋਏ ਮਨੁੱਖ ਨੇ ਨਾ, ਆਪਣੀ ਮੌਤ ਨੂੰ ਨਹੀਂ ਜਾਣਦੇ ਕਹਿੰਦੇ। ਤੇ ਇਸੇ ਤਰ੍ਹਾਂ ਗਿਆਨ ਤੋਂ ਸਖਣੇ ਨੇ, ਤੇ ਇਹ ਵੀ ਗਿਆਨ ਦੀਆਂ ਅੱਖਾਂ ਨਾ ਹੋਣ ਦੇ ਕਾਰਨ ਇਹ ਵੀ ਜ਼ਹਿਰ ਰੂਪੀ ਇਹ ਜਿਹੜਾ ਸੱਪ ਹੈ, ਮਾਇਆ ਰੂਪੀ ਜਿਹੜਾ ਸੱਪ ਹੈ ਨਾ, ਇਸ ਦੇ ਵਿੱਚ ਫਸੇ ਹੋਏ ਨੇ ਤੇ ਆਪਣੇ ਆਪ ਹੀ ਇਸ ਦੇ ਅੱਗੇ ਉਹਦੀ ਲੰਘ ਰਹੇ ਨੇ, ਜਿਸ ਕਾਰਨ ਮਾਇਆ ਇਹਨਾਂ ਨੂੰ ਡਸ ਰਹੀ ਹੈ। ਸੋ ਪਈ ਕਰੁਣਾ ਕਰ ਸਤਿਗੁਰ ਜਿਸ ਭੇਟੈ, ਤਿਹ ਕੋ ਲਗੇ ਨ ਜਮ ਕੀ ਫੇਟੈ। ਕਹਿੰਦੇ ਵੀ ਪਰਮਾਤਮਾ ਦੀ ਕਿਰਪਾ ਦੇ ਨਾਲ, ਉਸ ਪ੍ਰਭੂ ਦੀ ਕਿਰਪਾ ਦੇ ਨਾਲ ਜਿਸ ਨੂੰ ਗੁਰੂ ਪ੍ਰਾਪਤ ਹੋ ਜਾਂਦਾ ਹੈ, ਸਤਿਗੁਰੂ ਮਿਲ ਜਾਂਦਾ ਹੈ ਨਾ, ਫਿਰ ਤਿਹ ਕੋ ਲੱਗੇ ਨਾ ਜਮ ਕੀ ਫੇਟਾ, ਫਿਰ ਉਸ ਨੂੰ ਜਮਾਂ ਦੀਆਂ ਸੱਟਾਂ ਨਹੀਂ ਖਾਣੀਆਂ ਪੈਂਦੀਆਂ, ਜਮਾਂ ਦੀ ਮਾਰ ਨਹੀਂ ਪੈਂਦੀ। ਕਰ ਉਪਦੇਸ਼ ਗਿਆਨ ਦੇ ਨੈਣਾ, ਸਰਪ ਕਾਲ ਕੋ ਕਬ ਤਿਹ ਪੈਣਾ। ਕਹਿੰਦੇ ਸਤਿਗੁਰੂ ਜੀ ਫਿਰ ਉਸ ਮਨੁੱਖ ਨੂੰ ਗਿਆਨ ਬਖਸ਼ਦੇ ਨੇ। ਗੁਰੂ ਫਿਰ ਉਹਨਾਂ ਮਨੁੱਖਾਂ ਨੂੰ ਉਪਦੇਸ਼ ਦਿੰਦਾ ਹੈ ਤੇ ਉਹਨਾਂ ਮਨੁੱਖਾਂ ਨੂੰ ਸੋਝੀ ਆਦਿ ਗਿਆਨ ਦੀਆਂ ਅੱਖਾਂ ਉਹਨਾਂ ਨੂੰ ਪ੍ਰਾਪਤ ਹੁੰਦੀਆਂ ਨੇ। ਤੇ ਇਸੇ ਤਰ੍ਹਾਂ ਉਹ ਫਿਰ ਮਨੁੱਖ ਇਸ ਮਾਇਆ ਰੂਪੀ ਜਿਹੜੇ ਸੱਪ ਦੇ ਅੱਗਿਓਂ ਦੀ ਨਹੀਂ ਲੰਘਦੇ। ਲਾਗੀ ਨਾਮ ਵੇਖੈ ਲਿਵ ਮਨ ਕੀ, ਚਿਤ ਤੇ ਪ੍ਰੀਤ ਤਜੀ ਤਨ ਧਨ ਕੀ। ਫਿਰ ਜਦੋਂ ਗੁਰੂ ਮਿਲ ਜਾਂਦਾ ਹੈ, ਪਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ, ਗੁਰੂ ਦੇ ਨਾਲ ਜੁੜ ਜਾਂਦਾ ਹੈ ਨਾ ਮਨੁੱਖ, ਪਾਤਸ਼ਾਹ ਜੀ ਆਖਦੇ ਨੇ ਕਿ ਫਿਰ ਉਸ ਮਨੁੱਖ ਦੀ ਜਿਹੜੀ ਲਿਵ ਹੈ ਨਾ, ਉਸ ਮਨੁੱਖ ਦਾ ਮਨ ਹੈ ਹਰ ਵੇਲੇ ਨਾਮ ਬਾਣੀ ਦੇ ਨਾਲ ਜੁੜ ਜਾਂਦਾ ਹੈ। ਹਮੇਸ਼ਾ ਹੀ ਆਪਣੀ ਸੁਰਤ ਨੂੰ ਨਾਮ ਦੇ ਨਾਲ ਜੋੜੀ ਰੱਖਦਾ ਹੈ। ਇਸ ਤਰ੍ਹਾਂ ਉਸਦੇ ਚਿੱਤ ਨੇ ਸਰੀਰ ਅਤੇ ਧਨ ਦੀ ਪ੍ਰੀਤ ਜਿਹੜੀ ਹੈ ਫਿਰ ਛੱਡ ਦਿੱਤੀ ਹੈ। ਫਿਰ ਹੁਣ ਉਸਨੂੰ ਇਹ ਸਾਰੀ ਮੋਹ ਮਾਇਆ ਹੀ ਲੱਗਦੀ ਹੈ ਤੇ ਉਹ ਹਮੇਸ਼ਾ ਹੀ ਪਰਮਾਤਮਾ ਦੀ ਬੰਦਗੀ ਦੇ ਵਿੱਚ ਜੁੜ ਜਾਂਦਾ ਹੈ। ਪਰਮਾਰਥ ਮੈਂ ਦ੍ਰਿਸ਼ਟ ਲਗਾਈ, ਜਗ ਕਾਰਜ ਤੇ ਬ੍ਰਿਤ ਉਠਾਈ। ਤੇ ਉਸ ਨੇ ਉਸ ਪਰਮਾਤਮਾ ਦੇ ਵਿੱਚ ਆਪਣੀ ਸੁਰਤ ਨੂੰ ਜੋੜ ਲਿਆ ਹੈ, ਆਪਣੀ ਸੁਰਤ ਨੂੰ ਪਰਮਾਤਮਾ ਦੇ ਵਿੱਚ ਜੋੜ ਲਿਆ ਹੈ। ਤੇ ਇਸੇ ਤਰ੍ਹਾਂ ਅੱਠੇ ਪਹਿਰ ਹਰ ਵੇਲੇ ਆਪਣੇ ਦੁਨਿਆਵੀ ਕਾਰਜਾਂ ਤੋਂ ਉਸਨੇ ਆਪਣੇ ਮਨ ਨੂੰ ਉੱਪਰ ਚੁੱਕ ਕੇ ਨਾ ਪਰਮਾਤਮਾ ਦੀ ਬੰਦਗੀ ਦੇ ਨਾਲ ਆਪਣੇ ਮਨ ਨੂੰ ਜੋੜ ਲਿਆ ਹੈ। ਦੇਹ ਦਾਦਿਕ ਮਿਥਿਆ ਸਭ ਜਾਣੇ, ਵਿਸ਼ੇ ਬਾਸਨਾ ਮਨ ਵਿਸਰਾਨੇ। ਉਹ ਹੁਣ ਇਸ ਸਰੀਰ ਨੂੰ ਹਮੇਸ਼ਾ ਝੂਠ ਸਮਝਦਾ। ਜਿਹੜਾ ਮਨੁੱਖ ਕਦੇ ਕਹਿੰਦੇ ਵੀ ਸਰੀਰ ਦਾ ਹੰਕਾਰ ਕਰਦਾ ਸੀ ਨਾ, ਵੀ ਮੇਰਾ ਰੂਪ ਰੰਗ ਬਹੁਤ ਸੋਹਣਾ ਹੈ, ਮੇਰੇ ਕੋਲ ਬਹੁਤ ਸੋਹਣਾ ਸਰੀਰ ਹੈ, ਪਾਤਸ਼ਾਹ ਜੀ ਕਹਿੰਦੇ ਵੀ ਜਦੋਂ ਨਾਮ ਦੀ ਦਾਤ ਪ੍ਰਾਪਤ ਹੁੰਦੀ ਨਾ, ਪਰਮਾਤਮਾ ਦੇ ਨਾਮ ਦੇ ਨਾਲ ਜੁੜਦਾ, ਜਦੋਂ ਮਨੁੱਖ ਨੂੰ ਗਿਆਨ ਹਾਸਲ ਹੁੰਦਾ ਵੀ ਇਹ ਜਿਹੜਾ ਸਰੀਰ ਹੈ ਨਾ, ਇੱਕ ਨਾ ਇੱਕ ਦਿਨ ਇਹ ਖਤਮ ਹੋ ਜਾਣਾ ਹੈ, ਮਿੱਟੀ ਦੀ ਢੇਰੀ ਹੈ। ਫਿਰ ਕਹਿੰਦੇ ਵੀ ਉਹ ਇਹ ਸਾਰਾ ਕੁਝ ਜਿਹੜਾ ਹੈ, ਇਸ ਨੂੰ ਵਿਸ਼ੇ ਵਾਸ਼ਨਾਵਾਂ ਨੂੰ ਮਨ ਤੋਂ ਵਿਸਾਰ ਦਿੰਦਾ ਹੈ। ਇਹ ਹੰਕਾਰ, ਇਹ ਲੋਭ, ਇਹ ਦੇਹੀ ਦਾ ਹੰਕਾਰ ਸਾਰਾ ਕੁਝ ਤਿਆਗ ਦਿੰਦਾ ਹੈ। ਨਿਜ ਸਰੂਪ ਜੋ ਭਇਓ ਬੁੱਲਾ ਭੁਲਾਵਾ, ਤਿਹ ਜਾਣਨ ਕੋ ਚਿਤ ਲਲਚਾਵਾ। ਕਿ ਨਿੱਜੀ ਸਰੂਪ ਨੂੰ ਜੋ ਭੁੱਲ ਗਿਆ ਹੈ ਨਾ, ਜਿਹੜਾ ਆਪਣੇ ਸਰੂਪ ਨੂੰ ਭੁੱਲ ਗਿਆ,
ਤੇ ਉਸ ਦਾ ਫਿਰ ਮਨ ਕਹਿੰਦੇ ਪਰਮਾਤਮਾ ਨੂੰ ਦੇਖਣ ਲਈ, ਪਰਮਾਤਮਾ ਦੇ ਦਰਸ਼ਨਾਂ ਦੀ ਤਾਂਘ ਲਈ ਲਾਲਚ ਦੇ ਵਿੱਚ ਆਉਂਦਾ ਹੈ, ਲਲਚਾਉਂਦਾ ਹੈ। ਹੁਣ ਜਦੋਂ ਆਪਣੇ ਮਨ ਦਾ, ਆਪਣੇ ਵਿਕਾਰਾਂ ਦਾ ਤਿਆਗ ਕਰ ਦਿੱਤਾ ਨਾ, ਆਪਣੀ ਮੱਤ ਤਿਆਗ ਦਿੱਤੀ, ਗੁਰੂ ਦੀ ਮੱਤ ਧਾਰਨ ਕਰ ਲਈ, ਫਿਰ ਅਸਲ ਦੇ ਵਿੱਚ ਗੁਰਮੁਖ ਪਿਆਰੇ ਜਦੋਂ ਬਣ ਜਾਂਦੇ ਨੇ, ਗੁਰੂ ਦੀ ਮੱਤ ਨੂੰ ਧਾਰਨ ਕਰਦੇ ਨੇ, ਫਿਰ ਮਨ ਦੇ ਵਿੱਚ ਲਾਲਸਾ ਪੈਦਾ ਹੋ ਜਾਂਦੀ ਵੀ ਕਿਸੇ ਤਰ੍ਹਾਂ ਉਹ ਪਰਮਾਤਮਾ ਦੇ ਦਰਸ਼ਨ ਹੋ ਜਾਣ, ਮੈਨੂੰ ਪਰਮਾਤਮਾ ਦਿਖ ਪਵੇ। ਤੇ ਇਸੇ ਤਰ੍ਹਾਂ ਕਹਿੰਦੇ ਵੀ ਉਸ ਮਨੁੱਖ ਦਾ ਫਿਰ ਮਨ ਲਲਚਾਉਂਦਾ ਹੈ, ਜਿਹੜਾ ਕਦੇ ਮਾਇਆ ਦੇ ਵਿੱਚ ਫਸਿਆ ਹੋਇਆ ਸੀ, ਜਿਹਨੂੰ ਕਦੇ ਇਹ ਲੱਗਦਾ ਸੀ ਵੀ ਪਰਿਵਾਰ ਹੀ ਮੇਰਾ ਸਾਰਾ ਕੁਝ ਹੈ, ਤੇ ਉਸ ਵੱਲੋਂ ਪਰਮਾਤਮਾ ਵੱਲੋਂ ਦਿੱਤੀਆਂ ਹੋਈਆਂ ਦਾਤਾਂ ਹੀ ਨੇ ਪਰਿਵਾਰ ਵੀ, ਪਰ ਉਸ ਦਾਤਾਂ ਦੇ ਨਾਲ ਜੁੜ ਗਿਆ, ਦਾਤਾਰ ਪ੍ਰਭੂ ਨੂੰ ਭੁੱਲ ਗਿਆ। ਪਾਤਸ਼ਾਹ ਜੀ ਕਹਿੰਦੇ ਵੀ ਜਦੋਂ ਫਿਰ ਮਨੁੱਖ ਦਾਤਾਰ ਦੇ ਨਾਲ ਜੁੜਦਾ ਹੈ ਨਾ, ਤਾਂ ਫਿਰ ਉਸ ਦੇ ਮਨੁੱਖ ਦੇ ਜੀਵਨ ਦੇ ਵਿੱਚ ਤਬਦੀਲੀ ਆਉਣੀ ਸ਼ੁਰੂ ਹੋ ਜਾਂਦੀ, ਜੀਵਨ ਦੇ ਵਿੱਚ ਸੁਧਾਰ ਆਉਣਾ ਸ਼ੁਰੂ ਹੋ ਜਾਂਦਾ ਹੈ। ਦੋਹਰਾ ਸਤ ਸੰਗਤ ਕੇ ਸੰਗ ਤੇ ਦ੍ਰਿੜ ਹੋਇਓ ਅਭਿਆਸ, ਗਿਓ ਭੁਲਾਵਾ ਪਰਮ ਕਾ ਸਹਿਜ ਸੁਖੈ ਪ੍ਰਕਾਸ਼। ਫਿਰ ਕਹਿੰਦੇ ਉਹ ਮਨੁੱਖ ਜਿਸ ਦੇ ਮਨ ਦੇ ਵਿੱਚ ਪਰਮਾਤਮਾ ਨੂੰ ਜਾਣਨ ਦੀ ਲਾਲਸਾ ਵੱਧ ਗਈ ਨਾ, ਫਿਰ ਇਹੋ ਜਿਹਾ ਮਨੁੱਖ ਸੰਗਤ ਦੇ ਵਿੱਚ ਜੁੜ ਕੇ, ਸਤ ਸੰਗਤ ਕਰਕੇ ਦ੍ਰਿੜ ਅਭਿਆਸ ਕਰਦਾ ਹੈ ਨਾਮ ਬਾਣੀ ਦਾ, ਤੇ ਮਨ ਦੇ ਸਾਰੇ ਸੰਕੇ ਉਸ ਦੇ ਮਿਟ ਜਾਂਦੇ ਨੇ, ਤੇ ਇਸੇ ਤਰ੍ਹਾਂ ਉਸ ਦੇ ਜੀਵਨ ਦੇ ਵਿੱਚ ਸੁੱਖਾਂ ਦਾ ਪ੍ਰਕਾਸ਼ ਹੁੰਦਾ ਹੈ। ਚੌਪਈ ਦੇਹ ਦੁਖੀ ਤੇ ਦੁਖ ਨਹਿ ਮਾਨਹਿ, ਅਨਕ ਬਿਲਾਸਨ ਸੁਖ ਨਹਿ ਜਾਣਹਿ। ਕਹਿੰਦੇ ਵੀ ਸਰੀਰ ਦੇ ਦੁੱਖ ਆਉਂਦੇ ਜਾਂਦੇ ਰਹਿੰਦੇ ਨੇ। ਗੁਰਬਾਣੀ ਦੇ ਅੰਦਰ ਵੀ ਸਰੀਰ ਦੇ ਦੁੱਖਾਂ ਦਾ ਵੀ ਜ਼ਿਕਰ ਕੀਤਾ, ਵੀ ਕਹਿੰਦੇ ਵੀ ਇਸੇ ਤਰ੍ਹਾਂ ਇਹ ਦੁੱਖ ਜਿਹੜੇ ਨੇ ਇਸੇ ਤਰ੍ਹਾਂ ਨੇ ਵੀ ਜਿਵੇਂ ਇੱਕ ਮਨੁੱਖ ਆਪਣੇ ਕੱਪੜੇ ਬਦਲਦਾ ਹੈ ਨਾ, ਵੀ ਇੱਕ ਕੱਪੜਾ ਮੈਲਾ ਹੋ ਗਿਆ, ਉਹ ਇਸ ਨੂੰ ਉਤਾਰ ਕੇ ਦੂਜਾ ਕੱਪੜਾ ਪਹਿਨ ਲੈਂਦਾ, ਇਸੇ ਤਰ੍ਹਾਂ ਕਹਿੰਦੇ ਵੀ ਸਰੀਰ ਦੇ ਦੁੱਖ ਨੇ। ਕਹਿੰਦੇ ਵੀ ਜੇ ਦੁੱਖ ਆਉਂਦੇ ਨੇ ਤਾਂ ਸੁੱਖ ਚਲਾ ਜਾਂਦਾ, ਜਦੋਂ ਸੁੱਖ ਆਉਂਦਾ ਤਾਂ ਦੁੱਖ ਚਲਾ ਜਾਂਦਾ। ਇਸੇ ਤਰ੍ਹਾਂ ਇਹ ਸਾਰਾ ਕੁਝ ਨਿਰੰਤਰ ਚੱਲਦਾ ਰਹਿੰਦਾ ਹੈ। ਤੇ ਇੱਥੇ ਗੁਰੂ ਸਾਹਿਬ ਜੀ ਫਿਰ ਉਸ ਮਨੁੱਖ ਨੂੰ ਸਮਝਾਉਣਾ ਕਰਦੇ ਨੇ ਵੀ ਇਸ ਮਨੁੱਖ ਦੇ ਜੀਵਨ ਦੇ ਵਿੱਚ ਨਾ, ਚਾਹੇ ਸਰੀਰ ਦੁਖੀ ਹੋਵੇ, ਚਾਹੇ ਸਰੀਰ ਨੂੰ ਕੋਈ ਦੁੱਖ ਲੱਗਾ ਹੋਵੇ, ਰੋਗ ਲੱਗਾ ਹੋਵੇ, ਪਰ ਉਹ ਇਸ ਦੁੱਖ ਨੂੰ ਦੁੱਖ ਨਹੀਂ ਮੰਨਦਾ, ਕਿਉਂਕਿ ਬਾਣੀ ਦਾ ਆਸਰਾ ਮਿਲ ਗਿਆ। ਬਾਣੀ ਨੇ ਮਨ ਦੇ ਵਿੱਚ ਦ੍ਰਿੜਤਾ ਪੈਦਾ ਕਰਤੀ, ਮਨ ਦੇ ਵਿੱਚ ਟਿਕਾ ਆ ਗਿਆ, ਉਹ ਇਸ ਦੁੱਖ ਨੂੰ ਫਿਰ ਦੁੱਖ ਨਹੀਂ ਮੰਨਦਾ। ਤੇ ਕਹਿੰਦੇ ਅਨਕ ਬਿਲਾਸਨ ਸੁਖ ਨਹਿ ਜਾਣੇ, ਵੀ ਹੋਰ ਭੋਗਾ ਵਿਲਾਸਾਂ ਨੂੰ ਉਹ ਸੁੱਖ ਨਹੀਂ ਜਾਣਦਾ। ਕਿਸੇ ਟਾਈਮ ਇਹ ਲੱਗਦਾ ਸੀ ਨਾ ਵੀ ਇਹ ਜਿੰਨੇ ਵੀ ਪਦਾਰਥ ਨੇ, ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਾ ਕੇ ਖਾ ਲਏ, ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਗ੍ਰਹਿਣ ਕਰ ਲਈਆਂ, ਸੋਹਣੇ ਸੋਹਣੇ ਵਸਤਰ ਪਹਿਨ ਲਏ, ਤਾਂ ਉਸਨੂੰ ਇਹ ਲੱਗਦਾ ਸੀ ਵੀ ਸ਼ਾਇਦ ਇਹੀ ਦੁਨੀਆ ਦਾ ਸੁੱਖ ਹੈ, ਇਸ ਤੋਂ ਉੱਪਰ ਕੁਝ ਵੀ ਨਹੀਂ। ਪਾਤਸ਼ਾਹ ਜੀ ਕਹਿੰਦੇ ਵੀ ਜਦੋਂ ਮਨੁੱਖ ਅਸਲ ਦੇ ਵਿੱਚ ਨਾ ਆਪਣੇ ਜੀਵਨ ਦੇ ਅੰਦਰ ਸਚਿਆਰੇਪਨ ਵੱਲ ਨੂੰ ਤੁਰਦਾ ਹੈ, ਸਚਿਆਰਾਪਨ ਧਾਰਨ ਕਰਦਾ, ਫਿਰ ਇਹ ਸਾਰਾ ਕੁਝ ਤਿਆਗ ਦਿੰਦਾ, ਫਿਰ ਉਸਨੂੰ ਇਹ ਚੀਜ਼ਾਂ ਅਸਲ ਦੇ ਵਿੱਚ ਸੁੱਖ ਨਹੀਂ ਲੱਗਦੀਆਂ। ਥਿਰਤਾ ਪਾਏ ਨਾ ਡੋਲੇ ਸੋ, ਰਹੇ ਇੱਕ ਰਸ ਦੁਵੈ ਤਹਿ ਖੋ। ਤੇ ਕਹਿੰਦੇ ਇਸੇ ਤਰ੍ਹਾਂ ਮਨੁੱਖ ਫਿਰ ਮਨ ਨੂੰ ਸ਼ਾਂਤ ਕਰਦਾ ਹੈ, ਤੇ ਉਸਨੂੰ ਇਹ ਲੱਗਦਾ ਵੀ ਜੇਕਰ ਮੇਰਾ ਮਨ ਸੁਖੀ ਹੈ ਤਾਂ ਮੇਰਾ ਸਰੀਰ ਵੀ ਸੁਖੀ ਹੈ। ਮਨ ਦੇ ਵਿੱਚ ਸ਼ਾਂਤੀ ਹੈ ਤਾਂ ਸਾਰੇ ਪਾਸੇ ਸਾਰਾ ਕੁਝ ਸ਼ਾਂਤ ਉਸਨੂੰ ਸੁਭਾਅ ਲੱਗਦਾ ਹੈ, ਤੇ ਕਦੇ ਵੀ ਉਹ ਫਿਰ ਇਹਨਾਂ ਦੁੱਖਾਂ ਦੇ ਨਾਲ ਡੋਲਦਾ ਨਹੀਂ। ਤੇ ਰਹੇ ਏਕ ਰਸ ਦੁਵੈਤੈ ਖੂਬ, ਇੱਕ ਰਸ ਰਹਿ ਕੇ ਜਿਹੜੀ ਦਵੈਤ ਭਾਵਨਾ ਹੈ ਨਾ, ਦਵੈਸ਼ ਭਾਵਨਾ, ਉਸ ਨੂੰ ਤਜ ਦਿੰਦਾ, ਉਸ ਨੂੰ ਛੱਡ ਦਿੰਦਾ ਹੈ। ਜਨਮ ਮਰਨ ਤਿਨ ਤੇ ਛੁੱਟ ਗਏ, ਹਰ ਪਦ ਪਾਏ ਮੁਕਤ ਸੋ ਪਏ। ਕਹਿੰਦੇ ਇਹੋ ਜਿਹੇ ਮਨੁੱਖ ਫਿਰ ਜਨਮਾਂ ਮਰਨਾਂ ਤੋਂ ਛੁਟਕਾਰਾ ਪਾ ਲੈਂਦੇ ਨੇ, ਜਨਮਾਂ ਮਰਨਾਂ ਤੋਂ ਛੁਟਕਾਰਾ ਪਾ ਲੈਂਦੇ ਨੇ, ਤੇ ਹਰੀ ਪਰਮਾਤਮਾ ਦੀ ਪਦਵੀ ਜਿਹੜੀ ਹੈ ਨਾ, ਉਸ ਨੂੰ ਪ੍ਰਾਪਤ ਕਰ ਲੈਂਦੇ ਨੇ, ਤੇ ਮੁਕਤੀ ਪ੍ਰਾਪਤ ਕਰ ਲੈਂਦੇ ਨੇ। ਅਸ ਬਿਦ ਪਾਂਦਾ ਹਿਰਦੈ ਤਰੀਜੈ, ਤਨ ਅਭਿਮਾਨ ਨਾ ਮੂਲ ਕਰੀਜੈ। ਪਾਤਸ਼ਾਹ ਜੀ ਹੁਣ ਪਾਂਦੇ ਨੂੰ ਆਖਦੇ ਨੇ ਕਿ ਹੇ ਪਾਂਦੇ, ਤੂੰ ਪੁੱਛਦਾ ਸੀ ਨਾ ਦੁਨਿਆਵੀ ਲੋਕਾਂ ਦੇ ਜੀਵਨ ਦੇ ਵਿੱਚ, ਕਹਿੰਦਾ ਕਿਉਂ ਨਹੀਂ ਪਰਮਾਤਮਾ ਇਹੋ ਜਿਹਾ ਕੁਝ ਕਰਦਾ ਵੀ ਪਰਮਾਤਮਾ ਦੀ ਬੰਦਗੀ ਕਰਨ ਲੱਗ ਜਾਣ। ਕਹਿੰਦੇ ਵੀ ਇਸ ਵਿਧੀ ਦੇ ਅਨੁਸਾਰ ਜਿਹੜਾ ਨਾ ਪਰਮਾਤਮਾ ਜਿਨ੍ਹਾਂ ਦੇ ਉੱਤੇ ਕਿਰਪਾ ਕਰਦਾ ਹੈ, ਉਹਨਾਂ ਨੂੰ ਗੁਰੂ ਮਿਲਦਾ ਹੈ, ਗੁਰੂ ਦੇ ਨਾਮ ਦੀ ਆਰਾਧਨਾ ਕਰਦੇ ਨੇ ਨਾ, ਫਿਰ ਕਹਿੰਦੇ ਵੀ ਇਸ ਵਿਧੀ ਦੇ ਅਨੁਸਾਰ ਹਿਰਦੇ ਵਿੱਚੋਂ ਧਾਰੇ ਤੇ ਸਰੀਰ ਦਾ ਅਭਿਮਾਨ ਬਿਲਕੁਲ ਨਹੀਂ ਕਰਦਾ ਮਨੁੱਖ।
ਆਪਣੇ ਸਰੀਰ ਦਾ ਹੰਕਾਰ ਛੱਡ ਦਿੰਦਾ, ਆਪਣੇ ਦੁਨਿਆਵੀ ਪਦਵੀਆਂ ਦਾ ਹੰਕਾਰ ਛੱਡ ਦਿੰਦਾ, ਤੇ ਉਸ ਦੇ ਜੀਵਨ ਦੇ ਵਿੱਚ ਪਾਤਸ਼ਾਹ ਜੀ ਕਹਿੰਦੇ ਨਿਮਰਤਾ ਭਾਵਨਾ ਆ ਜਾਂਦੀ ਹੈ। ਸਾਰਾ ਹੰਕਾਰ ਲੋਭ ਸਭ ਕੁਝ ਤਿਆਗ ਦਿੰਦਾ ਹੈ। ਹਰ ਸਿਮਰਨ ਕਰ ਆਪਾ ਹਰੀਏ, ਹਰ ਬਿਨ ਅਨੰਤ ਦ੍ਰਿਸ਼ਟ ਨਹਿ ਧਰੀਏ। ਤੇ ਇਸੇ ਤਰ੍ਹਾਂ ਕਹਿੰਦੇ ਮਨੁੱਖ ਹਰੀ ਪਰਮਾਤਮਾ ਦਾ ਸਿਮਰਨ ਕਰਕੇ ਨਾ ਹੌਲੀ ਹੌਲੀ ਵਿਕਾਰਾਂ ਦੇ ਵੱਲੋਂ ਛੁਟਕਾਰਾ ਪਾਉਂਦਾ ਜਾਂਦਾ। ਜਦੋਂ ਨਾਮ ਦੀ ਆਰਾਧਨਾ ਕਰਦਾ, ਨਾਮ ਸਿਮਰਨ ਕਰਦਾ, ਪਰਮਾਤਮਾ ਦਾ ਜਾਪ ਕਰਦਾ ਨਾ, ਗੁਰਬਾਣੀ ਦੇ ਨਾਲ ਜੁੜਦਾ, ਪਾਤਸ਼ਾਹ ਜੀ ਪਾਂਦੇ ਨੂੰ ਕਹਿੰਦੇ ਵੀ ਇਸੇ ਤਰ੍ਹਾਂ ਮਨੁੱਖ ਦੇ ਜੀਵਨ ਦੇ ਵਿੱਚੋਂ ਹੰਕਾਰ ਜਿਹੜਾ ਖਤਮ ਹੋ ਜਾਂਦਾ ਹੈ। ਤੇ ਇਸੇ ਤਰ੍ਹਾਂ ਹਰੀ ਤੋਂ ਬਗੈਰ, ਪਰਮਾਤਮਾ ਤੋਂ ਬਗੈਰ ਤੇ ਆਪਣੀ ਜੀਵਨ ਦੇ ਵਿੱਚ ਕਿਸੇ ਵੀ ਹੋਰ ਦ੍ਰਿਸ਼ਟੀ ਨੂੰ ਆਉਣ ਨਹੀਂ ਦਿੰਦਾ। ਦੁਰਲਭ ਨਰ ਤਨ ਕਰਹੁ ਸੁਕਾਰਥ, ਹੁਣ ਨਾ ਜਨਮ ਪਾਵੇ ਪਰਮਾਰਥ। ਪਾਤਸ਼ਾਹ ਜੀ ਕਹਿੰਦੇ ਵੀ ਇਸੇ ਤਰ੍ਹਾਂ ਮਨੁੱਖ ਦਾ ਜਿਹੜਾ ਇਹ ਜਨਮ ਹੈ ਨਾ, ਮਨੁੱਖਾ ਜਨਮ, ਜਿਹੜੇ 84 ਲੱਖ ਜੂਨਾਂ ਦੇ ਵਿੱਚੋਂ ਇਹ ਮਨੁੱਖਾ ਜਨਮ ਸ੍ਰੇਸ਼ਟ ਕਿਹਾ ਨਾ ਪਾਤਸ਼ਾਹ ਜੀ ਨੇ। ਕਹਿੰਦੇ ਵੀ ਇਹ ਮਨੁੱਖਾ ਜਨਮ ਵੀ ਫਿਰ ਹੀ ਕੀਮਤੀ ਹੋ ਸਕਦਾ ਹੈ, ਉਦੋਂ ਹੀ ਕੀਮਤੀ ਬਣ ਸਕਦਾ ਜਦੋਂ ਇਸ ਮਨੁੱਖਾ ਜਨਮ ਦੇ ਵਿੱਚ ਰਹਿ ਕੇ ਮਨੁੱਖ ਪਰਮਾਰਥ ਨੂੰ ਪ੍ਰਾਪਤ ਕਰ ਲਵੇ, ਜੀਵਨ ਦੀ ਮੁਕਤੀ ਪ੍ਰਾਪਤ ਕਰ ਲਵੇ, ਉਸ ਪਰਮਾਤਮਾ ਦੇ ਨਾਲ ਇੱਕਮਿਕਤਾ ਵਾਲੀ ਸਾਂਝ ਕਾਇਮ ਕਰ ਲਵੇ। ਕਹਿੰਦੇ ਫਿਰ ਇਸ ਦਾ ਜਿਹੜਾ ਜਨਮ ਹੈ ਉਹ ਜਿਹੜਾ ਹੈ ਅਨਮੁੱਲਾ ਹੋ ਜਾਂਦਾ ਹੈ, ਦੁਰਲਭ ਹੋ ਜਾਂਦਾ ਹੈ। ਦੋਹਰਾ ਸੁਣ ਪਾਂਦਾ ਪਾਇਨ ਪਰਾਂ, ਹੋ ਸੁਬੰਧ ਮਤ ਮੰਦ, ਲਖੀ ਨ ਤੁਮ ਗਤ ਜਾਵਹੀ, ਭਾਵ ਤਾਰ ਮੁਕੰਦ। ਸੁਣ ਪਾਂਦਾ ਭਾਵ ਪਾਂਦਾ ਗੁਰੂ ਜੀ ਦੇ ਬਚਨ ਸੁਣ ਕੇ ਨਾ, ਕਹਿੰਦੇ ਗੁਰੂ ਸਾਹਿਬ ਜੀ ਦੇ ਪੈਰਾਂ ਦੇ ਵਿੱਚ ਢਹਿ ਪਿਆ। ਹੁਣ ਉਮਰ ਦੇ ਵਿੱਚ ਗੁਰੂ ਸਾਹਿਬ ਜੀ 6-7 ਸਾਲ ਦੇ ਨੇ, ਤੇ ਪਾਂਧੇ ਨੇ ਜਦੋਂ ਉਪਦੇਸ਼ ਦਿੱਤਾ ਨਾ, ਪਾਂਧਾ ਉਹਨਾਂ ਦੀ ਗੱਲ ਦੇ ਨਾਲ ਸਹਿਮਤੀ ਜਤਾਉਂਦਾ, ਹਰੇਕ ਸਵਾਲ ਦਾ ਉਹਨਾਂ ਉੱਤਰ ਮਿਲਦਾ ਨਾ। ਹੁਣ ਸਾਰਾ ਕੁਝ ਆਪਣੇ ਮਨ ਦੇ ਸ਼ੰਕੇ ਮਿਟਾ ਕੇ ਜਦੋਂ ਗੁਰੂ ਸਾਹਿਬ ਜੀ ਤੋਂ ਪਾਵਨ ਬਾਣੀ ਸਰਵਣ ਕਰਦਾ ਨਾ, ਕਹਿੰਦੇ ਪਾਂਧਾ ਉਹਨਾਂ ਦੇ ਪੈਰਾਂ ਦੇ ਵਿੱਚ ਢਹਿ ਪੈਂਦਾ, ਪਾਤਸ਼ਾਹ ਜੀ ਨੂੰ ਨਮਸਕਾਰ ਕਰਦਾ ਤੇ ਆਖੇ ਕਹਿਣ ਲੱਗਾ, ਲਖੀ ਨਾ ਤੁਵਗਤ ਜਾਵਈ, ਭਾਵ ਤਾਰਮ ਕੰਧ। ਵੀ ਕਹਿੰਦਾ ਅਸੀਂ ਮਨੁੱਖ ਜਿਹੜੇ ਆ ਨਾ, ਕਹਿੰਦੇ ਭੈੜੀ ਮੱਤ ਵਾਲੇ, ਸਾਡੀ ਬੁੱਧੀ ਜਿਹੜੀ ਹੈ ਮਾੜੀ ਹੈ, ਤੇ ਅਸੀਂ ਇਸ ਕਰਕੇ ਵਿਕਾਰਾਂ ਦੇ ਵਿੱਚ ਫਸ ਜਾਂਦੇ ਹਾਂ। ਕਹਿੰਦਾ ਹੇ ਬਾਦਸ਼ਾਹ ਜੀ, ਤੁਹਾਡੀ ਜਿਹੜੀ ਸ਼ੋਭਾ ਹੈ ਨਾ, ਲਖੀ ਨਾ ਤੁਵਗਤ ਜਾਵਈ, ਤੁਹਾਡੀ ਸ਼ੋਭਾ ਝੱਲੀ ਨਹੀਂ ਜਾਂਦੀ, ਤੁਹਾਡਾ ਪ੍ਰਤਾਪ ਇੰਨਾ ਤੇਜ਼ ਹੈ ਨਾ, ਇਸ ਨੂੰ ਸਹਿਣ ਨਹੀਂ ਕੀਤਾ ਜਾ ਸਕਦਾ। ਕਹਿੰਦਾ ਵੀ ਤੁਸੀਂ ਇਸ ਸੰਸਾਰ ਦੇ ਵਿੱਚ ਪ੍ਰਭੂ ਦਾ ਅਵਤਾਰ ਬਣ ਕੇ ਆਏ ਹੋ, ਤੇ ਲੋਕਾਂ ਨੂੰ, ਜਿਹੜੇ ਸੰਸਾਰ ਦੇ ਦੁਨਿਆਵੀ ਲੋਕ ਨੇ, ਜਿਨ੍ਹਾਂ ਦੀ ਮਾੜੀ ਮੱਤ ਹੈ ਨਾ, ਬੁੱਧੀ ਖੋਟੀ ਹੈ, ਉਹਨਾਂ ਨੂੰ ਮੁਕਤੀ ਦੇਣ ਵਾਸਤੇ ਇਸ ਸੰਸਾਰ ਦੇ ਵਿੱਚ ਆਏ ਹੋ। ਚੋਪਈ ਬਦਨ ਗਿਰਾ ਤਬ ਜਿਉ ਕਰਵਾਰਾ, ਗਿਆਨ ਸਾਨ ਪਰ ਤੇ ਖਰਤਾਰਾ। ਕਹਿੰਦਾ ਵੀ ਜਿਹੜਾ ਤੁਹਾਡਾ ਗਿਆਨ ਹੈ ਨਾ, ਪਾਂਧਾ ਗੁਰੂ ਸਾਹਿਬ ਜੀ ਨੂੰ ਆਖਦਾ ਕਿ ਹੇ ਪਾਤਸ਼ਾਹ ਜੀ, ਮੈਂ ਤੁਹਾਨੂੰ ਗੁਰੂ ਧਾਰਨ ਕੀਤਾ, ਜਿਹੜਾ ਤੁਹਾਡਾ ਗਿਆਨ ਹੈ ਨਾ, ਇੱਕ ਤਲਵਾਰ ਦੀ ਵਾਂਗ ਹੈ, ਤੇ ਇਸ ਦੀ ਜਿਹੜੀ ਤਲਵਾਰ ਦੀ ਧਾਰ ਹੈ ਨਾ, ਆਮ ਤੌਰ ਦੇ ਉੱਤੇ ਅਸੀਂ ਦੇਖਦੇ ਹਾਂ ਵੀ ਜਦੋਂ ਕਿਸੇ ਵੀ ਚੀਜ਼ ਨੂੰ, ਕਿਸੇ ਵੀ ਹਥਿਆਰ ਨੂੰ ਤਿੱਖਾ ਕਰਿਆ ਜਾਂਦਾ ਹੈ ਨਾ, ਉਸ ਨੂੰ ਸਾਣ ਦੇ ਉੱਤੇ ਜਿਹੜਾ ਉਸ ਨੂੰ ਤਿੱਖਾ ਕੀਤਾ ਜਾਂਦਾ। ਕਹਿੰਦਾ ਵੀ ਜਿਹੜੇ ਇਸ ਤਲਵਾਰ ਦੀ ਜਿਹੜੀ ਧਾਰ ਹੈ ਨਾ, ਉਹ ਗਿਆਨ ਦੇ ਸਾਣ ਦੇ ਉੱਤੇ ਤਿੱਖੀ ਹੋਈ ਹੈ, ਭਾਵ ਜਿਹੜਾ ਤੁਹਾਡਾ ਗਿਆਨ ਹੈ ਨਾ, ਇਹ ਬਹੁਤ ਤਿੱਖਾ ਹੈ। ਭਗਤ ਮੁਸ਼ਟ ਕੇ ਸੰਗ ਜੱਟੀ ਸੋ, ਦਿੜ ਬੈਰਾਗ ਘਾਰ ਕੱਟੀ ਸੋ। ਤੇ ਇਸੇ ਤਰ੍ਹਾਂ ਕਹਿੰਦੇ ਵੀ ਜਿਹੜਾ ਇਸ ਕਿਰਪਾਨ ਦਾ ਮੁੱਠਾ ਹੈ ਨਾ, ਇਹ ਭਗਤੀ ਦੇ ਨਾਲ ਜੜਿਆ ਹੋਇਆ ਹੈ, ਤੇ ਇਸ ਦੇ ਨਾਲ ਵਿਰਾਗ ਦੇ ਆਕਾਰ ਦੇ ਵਿੱਚ ਇਹ ਘੜੀ ਹੋਈ ਹੈ। ਜੋ ਸੂਰਾ ਇਸ ਸਨਮੁਖ ਤਾਵੇ, ਅੰਗ ਗਿਆਨ ਤਹ ਕਾਟ ਜਾਵੇ। ਜਿਸ ਤਰ੍ਹਾਂ ਕਹਿੰਦੇ ਵੀ ਤਲਵਾਰ ਦੇ ਵਾਰ ਦੇ ਨਾਲ ਨਾ, ਕੋਈ ਵੀ ਉਸ ਦੇ ਸਾਹਮਣੇ ਆ ਜਾਵੇ, ਤਲਵਾਰ ਦੇ ਵਾਰ ਦੇ ਸਾਹਮਣੇ ਕੋਈ ਤਲਵਾਰ ਚਲਾ ਰਿਹਾ ਹੈ, ਤਿੱਖੀ ਧਾਰ ਹੈ, ਕੋਈ ਆ ਜਾਵੇ ਤਾਂ ਉਸ ਦਾ ਉਹ ਅੰਗ ਕੱਟਿਆ ਜਾਂਦਾ ਹੈ। ਕਹਿੰਦੇ ਇਸੇ ਤਰ੍ਹਾਂ ਤੁਹਾਡਾ ਜਿਹੜਾ ਗਿਆਨ ਹੈ ਨਾ, ਜਿਸ ਵੀ ਮਨੁੱਖ ਦੇ ਉੱਤੇ ਗਿਆਨ ਦਾ ਵਾਰ ਹੋ ਜਾਂਦਾ ਹੈ, ਉਸ ਮਨੁੱਖ ਦੇ ਜੀਵਨ ਦੇ ਵਿੱਚੋਂ
ਉਹ ਜਿਹੜਾ ਅਗਿਆਨਤਾ ਵਾਲਾ ਪੱਖ ਹੈ ਨਾ ਉਹ ਕੱਟਿਆ ਜਾਂਦਾ ਹੈ। ਉਸ ਦੇ ਜੀਵਨ ਦੇ ਵਿੱਚ ਅਗਿਆਨਤਾ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ। ਨਿਜ ਸਰੂਪ ਕੀ ਲਖਤਾ ਹੋਈ, ਤੇ ਭਟ ਮਿਲਿਓ ਸੁਰਗ ਸੁਖ ਸੋਈ। ਇਸੇ ਤਰ੍ਹਾਂ ਕਹਿੰਦੇ ਵੀ ਉਸ ਮਨੁੱਖ ਨੂੰ ਫਿਰ ਨਿੱਜੀ ਸਰੂਪ ਦੀ ਪਹਿਚਾਣ ਹੋ ਜਾਂਦੀ। ਜਦੋਂ ਗੁਰੂ ਦੀ ਬਾਣੀ ਦੇ ਨਾਲ ਮਨੁੱਖ ਨੂੰ ਆਪਣੇ ਅੰਦਰੋਂ ਔਗਣ ਦਿਸਣੇ ਸ਼ੁਰੂ ਹੋ ਜਾਂਦੇ ਨੇ ਨਾ, ਔਗਣਾਂ ਦਾ ਨਿਪਟਾਰਾ ਕਰਨਾ ਸ਼ੁਰੂ ਕਰ ਦਿੰਦਾ, ਔਗਣਾਂ ਨੂੰ ਖਤਮ ਕਰਨ ਬਾਰੇ ਸੋਚ ਲੈਂਦਾ ਵੀ ਕਿਸੇ ਮਨੁੱਖ ਨੂੰ ਪਤਾ ਲੱਗ ਗਿਆ, ਸਮਝ ਆ ਗਈ ਵੀ ਲਾਲਚ ਕਰਨਾ ਮਾੜੀ ਗੱਲ ਹੈ, ਲਾਲਚ ਨਹੀਂ ਕਰਨਾ, ਕਿਸੇ ਦਾ ਹੱਕ ਨਹੀਂ ਮਾਰਨਾ। ਜਦੋਂ ਪਾਤਸ਼ਾਹ ਜੀ ਕਹਿੰਦੇ ਮਨੁੱਖ ਨੂੰ ਇਹੋ ਜਿਹੀ ਸੋਝੀ ਆਉਂਦੀ, ਇਹੋ ਜਿਹਾ ਮਨੁੱਖ ਨੂੰ ਗਿਆਨ ਮਿਲਦਾ ਨਾ, ਫਿਰ ਉਹ ਮਨੁੱਖ ਆਪਣੀ ਪੜਚੋਲ ਕਰਨੀ ਸ਼ੁਰੂ ਕਰ ਦਿੰਦਾ। ਹੌਲੀ ਹੌਲੀ ਆਪਣੀ ਪੜਚੋਲ ਕਰਦਾ ਕਰਦਾ ਉਸ ਨੂੰ ਆਪਣੇ ਸਰੂਪ ਦੀ, ਅਸਲ ਸਰੂਪ ਦੀ ਪਹਿਚਾਣ ਹੋ ਜਾਂਦੀ ਵੀ ਮੇਰਾ ਇਸ ਧਰਤੀ ਦੇ ਉੱਤੇ ਇਸ ਮਨੁੱਖਾ ਜਨਮ ਦੇ ਵਿੱਚ ਜਨਮ ਲੈਣ ਦਾ ਅਸਲ ਦੇ ਵਿੱਚ ਮੰਤਵ ਕੀ ਹੈ। ਉਹ ਆਪਣੀ ਪੜਚੋਲ ਕਰਨੀ ਸ਼ੁਰੂ ਕਰ ਦਿੰਦਾ, ਹਰ ਰੋਜ਼ ਆਪਣੇ ਮਨ ਨੂੰ ਖੋਜਦਾ ਹੈ ਤੇ ਹੌਲੀ ਹੌਲੀ ਆਪਣੇ ਜੀਵਨ ਦੇ ਵਿੱਚੋਂ ਵਿਕਾਰਾਂ ਦਾ ਖਾਤਮਾ ਕਰਨਾ ਸ਼ੁਰੂ ਕਰ ਦਿੰਦਾ। ਤੇ ਇਸੇ ਤਰ੍ਹਾਂ ਕਹਿੰਦੇ ਵੀ ਅਜਿਹੇ ਸੂਰਮੇ ਮਨੁੱਖ ਜਿਹੜੇ ਨੇ ਨਾ, ਉਹ ਸਵਰਗਾਂ ਦਾ ਸੁੱਖ ਪ੍ਰਾਪਤ ਕਰਦੇ ਨੇ। ਇਸ ਜੀਵਨ ਦੇ ਵਿੱਚ, ਇਸ ਜਨਮ ਦੇ ਵਿੱਚ ਹੀ ਸਵਰਗਾਂ ਦਾ ਸੁੱਖ ਪ੍ਰਾਪਤ ਕਰ ਲੈਂਦੇ ਨੇ। ਗੁਰਬਾਣੀ ਦੇ ਅਨੁਸਾਰ ਵੀ ਨਾ ਪਾਤਸ਼ਾਹ ਜੀ ਸਮਝਾਉਣਾ ਕਰਦੇ ਨੇ ਕਿ ਜਿਸ ਮਨੁੱਖ ਨੇ ਆਪਣੇ ਆਪ ਨੂੰ ਜਿੱਤ ਲਿਆ, ਆਪਣੇ ਮਨ ਦੇ ਉੱਤੇ ਕਾਬੂ ਕਰ ਲਿਆ, ਉਸ ਤੋਂ ਵੱਡਾ ਸੂਰਮਾ ਹੋਰ ਕੋਈ ਵੀ ਨਹੀਂ। ਅਸਲ ਦੇ ਵਿੱਚ ਦੁਨਿਆਵੀ ਤੌਰ ਦੇ ਉੱਤੇ ਜੇਕਰ ਦੇਖੀਏ ਤਾਂ ਹੋ ਸਕਦਾ ਅਸੀਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਿਸੇ ਦੇ ਨਾਲ ਸਾਡਾ ਵੈਰ ਵਿਰੋਧ ਚੱਲਦਾ ਹੋਵੇ, ਚਾਹੇ ਉਹ ਕੋਈ ਜ਼ਮੀਨ ਜਾਇਦਾਦ ਨੂੰ ਲੈ ਕੇ ਹੋਵੇ ਜਾਂ ਕਿਸੇ ਵਿਚਾਰਕ ਮਤ ਭੇਦ ਦੇ ਨਾਲ ਅਸੀਂ ਕਿਸੇ ਦੇ ਨਾਲ ਵਿਚਾਰਕ ਤੌਰ ਦੇ ਉੱਤੇ ਬਹਿਸਦੇ ਹੋਈਏ। ਪਾਤਸ਼ਾਹ ਜੀ ਕਹਿੰਦੇ ਵੀ ਇਹੋ ਜਿਹਾ ਸਮਾਂ ਵੀ ਆਉਂਦਾ ਹੈ ਵੀ ਮਨੁੱਖ ਇਹਨਾਂ ਚੀਜ਼ਾਂ ਦੇ ਉੱਤੇ ਵੀ ਜਿੱਤ ਪ੍ਰਾਪਤ ਕਰ ਲੈਂਦਾ। ਮੰਨ ਲਓ ਕਿਸੇ ਦੇ ਨਾਲ ਵਿਚਾਰਕ ਮਤ ਭੇਦ ਚੱਲਦੇ ਆ, ਵਿਚਾਰਾਂ ਦੀ ਸਾਂਝ ਪਾਉਂਦਾ, ਆਪਸ ਦੇ ਵਿੱਚ ਵਖਰੇਵੇਂ ਖਤਮ ਹੋ ਜਾਂਦੇ ਨੇ, ਤੇ ਉਹ ਵਿਚਾਰਕ ਮਤ ਭੇਦ, ਸਾਡੀ ਸੋਚ ਜਿਹੜੀ ਇੱਕ ਦੂਜੇ ਨਾਲ ਨਹੀਂ ਮਿਲਦੀ, ਤੇ ਜਦੋਂ ਆਪਸ ਦੇ ਵਿੱਚ ਬੈਠ ਕੇ ਵਿਚਾਰ ਕਰਦੇ ਨੇ ਉਹ ਸੋਚ ਇੱਕ ਹੋ ਜਾਂਦੀ। ਪਰ ਜਿਹੜੀ ਅਸਲ ਲੜਾਈ ਹੈ ਪਾਤਸ਼ਾਹ ਜੀ ਕਹਿੰਦੇ ਉਹ ਮਨੁੱਖ ਦੀ ਆਪਣੇ ਮਨ ਦੇ ਨਾਲ ਹੈ, ਆਪਣੇ ਆਪ ਦੇ ਨਾਲ ਹੈ। ਹੁਣ ਅੱਖਾਂ ਨੂੰ ਪਤਾ ਹੈ ਵੀ ਕਿਸੇ ਵੀ ਚੀਜ਼ ਨੂੰ ਮਾੜੀ ਨਿਗਾਹ ਦੇ ਨਾਲ ਨਹੀਂ ਤੱਕਣਾ, ਪਰ ਅੱਖਾਂ ਫਿਰ ਵੀ ਅੱਖਾਂ ਦੇ ਵਿੱਚ ਲਾਲਸਾ ਪੈਦਾ ਹੋ ਗਈ, ਅੱਖਾਂ ਦੇ ਵਿੱਚ ਵਿਕਾਰ ਹੈ ਵੀ ਇਸ ਨੇ ਮਾੜੀ ਚੀਜ਼ ਵੱਲ ਹੀ ਭੱਜਿਆ ਜਾਣਾ, ਮਾੜੀ ਚੀਜ਼ ਹੀ ਦੇਖਣੀ ਇਸਨੇ। ਹੁਣ ਕੰਨਾਂ ਨੂੰ ਪਤਾ ਹੈ, ਪਾਤਸ਼ਾਹ ਦੀ ਬਾਣੀ ਸਮਝਾਉਣਾ ਕਰਦੀ ਵੀ ਇਹਨਾਂ ਕੰਨਾਂ ਦੇ ਨਾਲ ਕਦੇ ਵੀ ਤੂੰ ਨਿੰਦਿਆ ਚੁਗਲੀ ਨਹੀਂ ਸੁਣਨੀ, ਪਰ ਇਸ ਕੰਨਾਂ ਨੂੰ ਰਸ ਲੱਗਾ ਹੋਇਆ ਵੀ ਇਹ ਨਿੰਦਿਆ ਚੁਗਲੀ ਵੱਲ ਹੀ ਭੱਜੇ ਜਾਂਦੇ ਨੇ। ਜ਼ੁਬਾਨ ਨੂੰ ਪਤਾ ਹੈ ਕਿ ਪਰਮਾਤਮਾ ਦੀ ਸਿਫਤ ਸਲਾਹ ਦੇ ਬੋਲ ਬੋਲਣੇ, ਉਹ ਕੁਝ ਹੀ ਬੋਲਣਾ ਹੈ ਜਿੱਤ ਸੁਣ ਧਰਿਆ ਪਿਆਰ, ਵੀ ਜਿਹਨੂੰ ਸੁਣ ਕੇ ਪਰਮਾਤਮਾ ਮੈਨੂੰ ਪਿਆਰ ਕਰਨ ਲੱਗ ਪਏ, ਮੈਂ ਪਰਮਾਤਮਾ ਨੂੰ ਪਿਆਰਾ ਲੱਗਣ ਲੱਗ ਜਾਵਾਂ। ਹੁਣ ਕਦੇ ਵੀ ਗਾਲਾਂ ਕੱਢਣ ਵਾਲਾ, ਆਪਣੀ ਜ਼ੁਬਾਨ ਤੋਂ ਭੈੜੀ ਸ਼ਬਦਾਵਲੀ ਵਰਤਣ ਵਾਲਾ ਪਰਮਾਤਮਾ ਨੂੰ ਚੰਗਾ ਨਹੀਂ ਲੱਗੇਗਾ। ਪਤਾ ਵੀ ਹੈ ਜ਼ੁਬਾਨ ਨੇ ਕੀ ਕੰਮ ਕਰਨਾ, ਇਹ ਰਸਨਾ ਨੇ ਕੀ ਕੰਮ ਕਰਨਾ, ਪਰ ਉਸ ਚੀਜ਼ ਨੂੰ ਛੱਡ ਕੇ ਫਿਰ ਵੀ ਭੈੜੀ ਸ਼ਬਦਾਵਲੀ ਵਰਤਣ ਦੇ ਲਈ ਚਲਿਆ ਜਾਂਦਾ। ਜਦੋਂ ਮਨੁੱਖ ਨੇ ਅਸਲ ਦੇ ਵਿੱਚ ਆਪਣੇ ਆਪ ਦੇ ਉੱਤੇ ਕਾਬੂ ਕਰ ਲਿਆ, ਹੁਣ ਮੰਨ ਲਓ ਇੱਕ ਡਾਕਟਰ ਦੇ ਕੋਲ ਕੋਈ ਸ਼ੂਗਰ ਦਾ ਮਰੀਜ਼ ਚਲਾ ਗਿਆ, ਸ਼ੂਗਰ ਦੇ ਮਰੀਜ਼ ਨੂੰ ਡਾਕਟਰ ਆਮ ਤੌਰ ਦੇ ਉੱਤੇ ਭਾਈ ਕਹਿ ਦਿੰਦਾ ਵੀ ਮਿੱਠਾ ਨਹੀਂ ਖਾਣਾ, ਮਿੱਠੇ ਵਾਲੀਆਂ ਚੀਜ਼ਾਂ ਤੋਂ ਗੁਰੇਜ਼ ਕਰਨਾ, ਜੇਕਰ ਤੂੰ ਮਿੱਠਾ ਖਾਵੇਂਗਾ ਤੇਰੇ ਲਈ ਮਿੱਠਾ ਹੀ ਜ਼ਹਿਰ ਦਾ ਰੂਪ ਬਣ ਜਾਵੇਗਾ ਤੇ ਅੰਤ ਨੂੰ ਤੂੰ ਇਸੇ ਚੀਜ਼ ਦਾ ਸ਼ਿਕਾਰ ਹੋ ਜਾਵੇਂਗਾ ਤੇ ਤੇਰੀ ਮੌਤ ਵੀ ਹੋ ਸਕਦੀ। ਡਾਕਟਰ ਨੇ ਉੱਥੇ ਬੈਠੇ ਨੇ ਸਲਾਹ ਦੇ ਦਿੱਤੀ ਭਾਈ ਇਸੇ ਤਰ੍ਹਾਂ ਨਾ ਕਰੀ। ਜਿਹੜਾ ਸ਼ੂਗਰ ਦਾ ਮਰੀਜ਼ ਹੈ, ਹੁਣ ਜੇਕਰ ਅੱਖਾਂ ਦੇ ਨਾਲ ਉਸ ਦੀ ਜੀਭ ਦੇ ਉੱਤੇ ਵਿਕਾਰਾਂ ਦਾ ਰਸ ਹੈ ਤਾਂ ਉਸ ਚੀਜ਼ ਨੂੰ ਵੀ ਖਾ ਲੈਂਦਾ, ਮਿੱਠੇ ਨੂੰ ਖਾ ਲੈਂਦਾ, ਡਾਕਟਰ ਦੀ ਗੱਲ ਨਹੀਂ ਮੰਨਦਾ ਤੇ ਬਾਅਦ ਦੇ ਵਿੱਚ ਫਿਰ ਪਛਤਾਵਾ ਹੁੰਦਾ। ਹੁਣ ਜੀਭ ਦੇ ਉੱਤੇ ਕੰਟਰੋਲ ਨਹੀਂ ਸੀ, ਜੀਭ ਦੇ ਉੱਤੇ ਕਾਬੂ ਨਹੀਂ ਸੀ, ਆਪਣੇ ਆਪ ਦੇ ਉੱਤੇ ਕਾਬੂ ਨਹੀਂ ਸੀ, ਪਤਾ ਵੀ ਸੀ ਵੀ ਮੇਰੇ ਲਈ ਆਹ ਚੀਜ਼ ਗਲਤ ਹੈ, ਪਰ ਫਿਰ ਵੀ ਗਲਤ ਚੀਜ਼ ਨੂੰ ਚੁਣਿਆ ਚੰਗੀ ਚੀਜ਼ ਨੂੰ ਛੱਡ ਕੇ। ਇਸੇ ਤਰ੍ਹਾਂ ਇੱਥੇ ਪਾਤਸ਼ਾਹ ਜੀ ਪਾਂਧੇ ਨੂੰ ਉਪਦੇਸ਼ ਦਿੰਦੇ ਹੋਏ ਕਹਿੰਦੇ ਨੇ ਵੀ ਹੇ ਪਾਂਧੇ, ਵੀ ਜਿਸ ਨੇ ਇਸ ਦੁਨੀਆ ਦੇ ਉੱਤੇ ਰਹਿੰਦਿਆਂ ਆਪਣੇ ਆਪ ਦੇ ਉੱਤੇ ਕਾਬੂ ਕਰ ਲਿਆ, ਆਪਣੇ ਜੀਵਨ ਦੇ ਵਿੱਚੋਂ ਹੰਕਾਰ ਤਿਆਗ ਦਿੱਤਾ, ਉਹ ਹੰਕਾਰ ਵਿਦਿਆ ਦਾ ਵੀ ਹੋ ਸਕਦਾ, ਹੰਕਾਰ ਕਿਸੇ ਗਿਆਨ ਦਾ ਵੀ ਹੋ ਸਕਦਾ, ਹੰਕਾਰ ਕਿਸੇ ਚੀਜ਼ ਦਾ ਵੀ ਹੋ ਸਕਦਾ, ਉਹ ਹੰਕਾਰ ਇਸ ਤਰ੍ਹਾਂ ਵੀ ਹੋ ਸਕਦਾ ਵੀ ਮੇਰੇ ਘਰ ਹੀ ਜਿਹੜੇ ਮੇਰੇ ਧੀਆਂ ਪੁੱਤ ਨੇ ਵਧੀਆ ਪੜ੍ਹਾਈ ਕਰਦੇ ਨੇ, ਹੰਕਾਰ ਕਿਸੇ ਵੀ ਰੂਪ ਦੇ ਵਿੱਚ ਹੋ ਸਕਦਾ।
ਹੁਣ ਪਾਤਸ਼ਾਹ ਜੀ ਨੂੰ ਪਾਂਧੇ ਨੇ ਸਵਾਲ ਕੀਤਾ, ਇਸ ਪ੍ਰਸੰਗ ਦੇ ਵਿੱਚ ਸਵਾਲ ਚਰਚਾ ਹੀ ਚੱਲ ਰਹੀ। ਉਸ ਬਾਰ-ਬਾਰ ਸਵਾਲ ਕਰ ਰਿਹਾ ਵੀ ਦੁਨੀਆ ਦੇ ਉੱਤੇ ਮੈਂ ਬਥੇਰੇ ਲੋਕ ਦੇਖਦਾ ਵੀ ਉਹ ਅਮੀਰ ਨੇ, ਪੈਸਾ ਇਕੱਠਾ ਕਰੀ ਜਾਂਦੇ ਨੇ, ਪਰ ਅਸੀਂ ਇਹ ਨਹੀਂ ਦੇਖਦੇ ਵੀ ਉਹ ਵੀ ਕੋਈ ਉਸ ਨੂੰ ਦੁੱਖ ਲੱਗਾ ਹੋਵੇ। ਅੱਜ ਵੀ ਸਮੇਂ ਦੇ ਵਿੱਚ ਅਸੀਂ ਦੇਖਦੇ ਹਾਂ ਵੀ ਜਿੰਨੇ ਵੀ ਮੰਤਰੀ ਸੰਤਰੀ ਨੇ ਅਨੇਕਾਂ ਦੁਨਿਆਵੀ ਤੌਰ ਦੇ ਉੱਤੇ ਮਾਇਆ ਇਕੱਠੀ ਕਰੀ ਬੈਠੇ ਨੇ, ਸਾਨੂੰ ਲੱਗਦਾ ਵੀ ਉਹਨਾਂ ਨੂੰ ਕੋਈ ਦੁੱਖ ਨਹੀਂ। ਪਰ ਪਾਤਸ਼ਾਹ ਜੀ ਕਹਿੰਦੇ ਵੀ ਅਸਲ ਦੇ ਵਿੱਚ ਉਹਨਾਂ ਨੂੰ ਸਰੀਰ ਦਾ ਦੁੱਖ ਚਾਹੇ ਨਹੀਂ ਦਿਖ ਰਿਹਾ ਸਾਨੂੰ, ਪਰ ਉਹਨਾਂ ਦਾ ਮਨ ਹਮੇਸ਼ਾ ਦੁੱਖਾਂ ਦੇ ਵਿੱਚ ਘਿਰਿਆ ਰਹਿੰਦਾ। ਮਨ ਦੇ ਵਿੱਚ ਹਮੇਸ਼ਾ ਹੀ ਉਹਨਾਂ ਦੇ ਕਦੇ ਵੀ ਟਿਕਾ ਨਹੀਂ ਆਉਂਦਾ, ਕਦੇ ਸਬਰ ਸੰਤੋਖ ਨਹੀਂ ਆਉਂਦਾ। ਉਹ ਵਿਕਾਰਾਂ ਵੱਸ ਪੈ ਕੇ ਇਹੋ ਜਿਹੇ ਰੋਗਾਂ ਦੇ ਵਿੱਚ ਲੱਗੇ ਹੋਏ ਨੇ। ਪਾਤਸ਼ਾਹ ਜੀ ਕਹਿੰਦੇ ਜੇ ਇਸ ਮਨੁੱਖ ਨੇ ਨਾ ਮਨ ਤੇ ਕਾਬੂ ਕਰ ਲਿਆ, ਆਪਣੇ ਸਰੀਰ ਤੇ ਕਾਬੂ ਕਰ ਲਿਆ, ਆਪਣੇ ਸਰੀਰ ਨੂੰ ਵਿਸ਼ਿਆਂ ਵਿਕਾਰਾਂ ਤੋਂ ਬਚਾ ਲਿਆ, ਕਹਿੰਦੇ ਅਸਲ ਦੇ ਵਿੱਚ ਉਹ ਮਨੁੱਖ ਸੂਰਮਾ ਹੈ। ਤੇ ਇਸੇ ਤਰ੍ਹਾਂ ਆਪਣੇ ਆਪ ਦੇ ਨਾਲ ਚੱਲ ਰਹੀ ਜੰਗ ਦੇ ਵਿੱਚ ਜਦੋਂ ਮਨੁੱਖ ਜਿੱਤ ਪ੍ਰਾਪਤ ਕਰ ਲੈਂਦਾ, ਕਹਿੰਦੇ ਉਸ ਨੂੰ ਇਸ ਮਨੁੱਖਾ ਜਨਮ ਦੇ ਵਿੱਚ ਹੀ ਨਾ ਸਵਰਗਾਂ ਦਾ ਸੁੱਖ ਪ੍ਰਾਪਤ ਹੋ ਜਾਂਦਾ। ਹੁਣ ਪਾਂਧਾ ਪਾਤਸ਼ਾਹ ਜੀ ਦੀ ਇਹ ਗੱਲ ਸੁਣ ਕੇ ਨਾ 6 ਸਾਲ ਦੀ ਉਮਰ ਦੇ ਬੱਚੇ ਦੇ ਪੈਰਾਂ ਦੇ ਵਿੱਚ ਪੈ ਪਿਆ, ਉਹਨਾਂ ਦੇ ਚਰਨਾਂ ਦੇ ਵਿੱਚ ਢਹਿ ਪਿਆ। ਕਹਿੰਦਾ ਅੱਜ ਤੱਕ ਮੈਨੂੰ ਕਿਸੇ ਨੇ ਇਸੇ ਤਰ੍ਹਾਂ ਦਾ ਗਿਆਨ ਨਹੀਂ ਬਖਸ਼ਿਆ, ਮੈਂ ਤੁਹਾਨੂੰ ਆਪਣਾ ਗੁਰੂ ਧਾਰਨ ਕਰ ਲਿਆ। ਤੇ ਹੁਣ ਪਾਂਧਾ ਅੱਗੇ ਜੋ ਗੁਰੂ ਸਾਹਿਬ ਜੀ ਦੇ ਨਾਲ ਵਿਚਾਰ ਚਰਚਾ ਕਰਦਾ ਸੀ, ਸਰਵਣ ਕਰਦੇ ਹਾਂ। ਵਿਸ਼ੇ ਫਸੇ ਕਾਤੁਰ ਡਰ ਪਾਹੀ, ਬਿਮਲ ਪਏ ਨਹਿ ਧੀਰ ਤਰਾਹੀ। ਕਹਿੰਦੇ ਜਿਹੜੇ ਵਿਸ਼ਿਆਂ ਦੇ ਵਿੱਚ ਫਸੇ ਲੋਕ ਨੇ ਨਾ, ਕਿਸੇ ਵੀ ਤਰ੍ਹਾਂ ਦਾ ਹੰਕਾਰ ਕਰਦੇ ਨੇ, ਕਿਸੇ ਤਰ੍ਹਾਂ ਦਾ ਲਾਲਚ ਕਰਦੇ ਨੇ, ਕਹਿੰਦੇ ਉਹ ਡਰ ਜਾਣਗੇ। ਤੇ ਇਸੇ ਤਰ੍ਹਾਂ ਕਹਿੰਦੇ ਬੇਮੁਖ ਹੋਏ ਜਿਹੜੇ ਮਨੁੱਖ ਨੇ ਨਾ, ਉਹਨਾਂ ਦੇ ਕਦੇ ਵੀ ਮਨ ਦੇ ਵਿੱਚ ਧੀਰਜ ਨਹੀਂ ਆਉਂਦਾ। ਹੁਣ ਬੇਮੁਖ ਇਹ ਮਤ ਸਮਝਿਓ ਵੀ ਜਿਹੜਾ ਗੁਰੂ ਘਰ ਨਹੀਂ ਆਉਂਦਾ ਇਕੱਲਾ ਉਹੀ ਬੇਮੁਖ ਹੁੰਦਾ। ਕਈ ਵਾਰੀ ਅਸੀਂ ਸਾਡੀ ਜ਼ਿੰਦਗੀ ਦਾ ਬਹੁਤ ਹਿੱਸਾ ਗੁਰੂ ਘਰ ਆਉਂਦੇ ਹੋਏ ਗੁਰੂ ਸਾਹਿਬ ਜੀ ਨੂੰ ਨਮਸਕਾਰ ਕਰਦਿਆਂ ਬਤੀਤ ਹੋ ਜਾਂਦਾ, ਪਰ ਅਸੀਂ ਗੁਰੂ ਦੀ ਗੱਲ ਨਹੀਂ ਮੰਨਦੇ। ਅਸੀਂ ਸਰੀਰ ਤਾਂ ਝੁਕਾ ਲਿਆ, ਆਪਣੇ ਮਨ ਨੂੰ ਨਹੀਂ ਝੁਕਾਇਆ। ਜਦੋਂ ਤੱਕ ਸਾਡਾ ਮਨ ਝੁਕ ਨਹੀਂ ਰਿਹਾ ਨਾ, ਮਨ ਗੁਰੂ ਦੀ ਵਿਚਾਰਧਾਰਾ ਨੂੰ ਸਵੀਕਾਰ ਨਹੀਂ ਕਰ ਰਿਹਾ, ਅਸੀਂ ਸਰੀਰਕ ਤੌਰ ਦੇ ਉੱਤੇ ਚਾਹੇ ਸਨਮੁਖ ਹੋ ਕੇ ਖੜੇ ਹੋਈਏ, ਪਰ ਅਸੀਂ ਮਨ ਕਰਕੇ ਉਦੋਂ ਤੱਕ ਬੇਮੁਖ। ਇਸੇ ਤਰ੍ਹਾਂ ਪਾਤਸ਼ਾਹ ਜੀ ਕਹਿੰਦੇ ਨਾ, ਵਿਸ਼ਿਆਂ ਵਿਕਾਰਾਂ ਦੇ ਵਿੱਚ ਫਸਿਆ ਹੋਇਆ ਮਨੁੱਖ ਹਮੇਸ਼ਾ ਹੀ ਜਿਹੜਾ ਹੈ ਉਹ ਬੇਮੁਖ ਹੋਇਆ ਰਹਿੰਦਾ ਹੈ, ਕਦੇ ਵੀ ਉਸ ਦੇ ਮਨ ਦੇ ਵਿੱਚ ਟਿਕਾ ਨਹੀਂ ਆਉਂਦਾ। ਗਇਓ ਲੋਕ ਪਰ ਲੋਕ ਬੇਗਾਰਾ, ਰਣ ਤਨ ਮਾਨੁਖ ਪਿਛ ਪਗ ਧਾਰਾ। ਕਹਿੰਦੇ ਜਿਨ੍ਹਾਂ ਨੇ ਆਪਣਾ ਲੋਕ ਤੇ ਪਰਲੋਕ ਵਿਗਾੜ ਲਿਆ, ਭਾਵ ਜਿਹੜਾ ਪ੍ਰੈਜ਼ੈਂਟ ਚੱਲ ਰਿਹਾ ਇਹ ਵੀ ਤੇ ਆਉਣ ਵਾਲਾ ਫਿਊਚਰ ਵੀ ਆਪਣਾ ਵਿਗਾੜ ਲਿਆ। ਕਹਿੰਦੇ ਫਿਰ ਇਹੋ ਮਨੁੱਖਾਂ ਦਾ ਜਿਹੜਾ ਸਰੀਰ ਹੈ ਨਾ, ਤੇ ਕਹਿੰਦੇ ਇਸੇ ਤਰ੍ਹਾਂ ਮਨੁੱਖਾਂ ਦਾ ਸਰੀਰ ਜਿਹੜਾ ਨਸ਼ਟ ਹੋ ਜਾਂਦਾ ਵਿਕਾਰਾਂ ਦੇ ਵਸ ਪੈ ਕੇ। ਹੌਲੀ ਹੌਲੀ ਸਰੀਰ ਵੀ ਕਹਿੰਦੇ ਖਤਮ ਹੋਣਾ ਸ਼ੁਰੂ ਹੋ ਜਾਂਦਾ ਹੈ। ਦੋਹਰਾ ਅਕਸਮਾਤ ਕਰੋ ਨਾ ਕਰੀ, ਦੇਖ ਦੀਨ ਗਤ ਦਾਨ, ਲਿਵ ਲਾਗੀ ਮਨ ਭਜਨ ਕੀ, ਸੁਣੇ ਬੈਨ ਜਬ ਕਾਨ। ਕਹਿੰਦੇ ਜਦੋਂ ਪਾਂਧੇ ਨੇ ਮੁਕਤੀ ਦੇ ਦਾਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਬਚਨ ਸਰਵਣ ਕੀਤੇ ਨਾ, ਕਿ ਪਾਤਸ਼ਾਹ ਜੀ ਨੇ ਅਸਲ ਦੇ ਵਿੱਚ ਉਸ ਦੀਆਂ ਅੱਖਾਂ ਖੋਲ੍ਹ ਦਿੱਤੀਆਂ, ਉਸ ਨੂੰ ਗਿਆਨ ਦੀਆਂ ਅੱਖਾਂ ਬਖਸ਼ਿਸ਼ ਕੀਤੀਆਂ, ਤਾਂ ਉਹ ਅਚਨਚੇਤ ਹੀ ਜਦੋਂ ਉਸ ਦੇ ਉੱਤੇ ਕਿਰਪਾ ਹੋਈ, ਤਾਂ ਹੁਣ ਪਾਂਧੇ ਦੇ ਮਨ ਦੇ ਵਿੱਚ ਵੀ ਪਰਮਾਤਮਾ ਦੇ ਨਾਮ ਦੀ ਆਰਾਧਨਾ ਕਰਨ ਦੀ, ਬੰਦਗੀ ਕਰਨ ਦੀ, ਭਜਨ ਕਰਨ ਦੀ ਜਿਹੜੀ ਲਿਵ ਲੱਗ ਗਈ ਹੈ। ਚੌਪਈ ਤਬ ਕਪੂਲ ਕਲ ਬੋਲ ਅਮੋਲੇ, ਜੋ ਤਾਲੀ ਗੁਣ ਕੁਲ ਫੜੇ ਖੋਲੇ। ਕਹਿੰਦਾ ਵੀ ਤੁਹਾਡੀਆਂ ਗੱਲਾਂ ਬਹੁਤ ਸੁੰਦਰ ਨੇ, ਅਮੋਲ ਬੋਲ ਨੇ ਤੁਹਾਡੇ, ਜਿਨ੍ਹਾਂ ਦਾ ਕੋਈ ਵੀ ਮੁੱਲ ਨਹੀਂ ਨਾ, ਇਹੋ ਜਿਹੇ ਤੁਹਾਡੇ ਬੋਲ ਨੇ। ਕਹਿੰਦੇ ਵੀ ਜਿਸ ਤਰ੍ਹਾਂ ਇੱਕ ਕੁੰਜੀ ਇੱਕ ਚਾਬੀ ਕਿਸੇ ਜਿੰਦਰੇ ਨੂੰ ਖੋਲ੍ਹਦੀ ਹੈ ਨਾ, ਤੁਹਾਡੀ ਇਸ ਬਾਣੀ ਨੇ ਮੇਰੇ ਗੁਣਾ ਰੂਪੀ ਜਿੰਦਰੇ ਨੂੰ ਖੋਲ੍ਹ ਦਿੱਤਾ ਹੈ। ਬਾਕ ਨੋਚਤ ਮੈਂ ਜੋ ਬਖਾਨੇ, ਸ਼ਿਮਾ ਕਰੋ ਅਬ ਸ੍ਰੀ ਪ੍ਰਭ ਜਾਣੇ। ਕਹਿੰਦਾ ਵੀ ਮੈਂ ਜੋ ਤੁਹਾਡੇ ਪ੍ਰਤੀ ਨਾ ਅਯੋਗ ਬਚਨ ਬੋਲੇ ਸੀ, ਜਿਹੜਾ ਤੁਹਾਡੀ ਸ਼ਾਨ ਦੇ ਖਿਲਾਫ ਬਚਨ ਬੋਲੇ ਸੀ, ਸ਼ਬਦ ਆਖੇ ਸੀ, ਉਹਨਾਂ ਬਾਰੇ ਕਹਿੰਦਾ ਮੈਨੂੰ ਖਿਮਾ ਕਰ ਦਿਓ, ਮੈਨੂੰ ਮਾਫ ਕਰ ਦਿਓ। ਸ਼ਿਮਾ ਕਰੋ ਅਬ ਸ੍ਰੀ ਪ੍ਰਭ ਜਾਣੇ, ਕਿ ਹੁਣ ਮੈਂ ਤੁਹਾਨੂੰ ਪ੍ਰਭੂ ਪਹਿਚਾਨਿਆ ਹੈ, ਤੁਹਾਨੂੰ ਪਰਮਾਤਮਾ ਦਾ ਰੂਪ ਕਰਕੇ ਜਾਣਿਆ ਹੈ, ਮੈਨੂੰ ਮਾਫ ਕਰ ਦਿਓ। ਮੇਰੀ ਮੱਤ ਮਾੜੀ ਸੀ, ਇਸ ਕਰਕੇ ਮੈਂ ਤੁਹਾਨੂੰ ਬੋਲ ਕਬੋਲ ਵੀ ਬੋਲ ਦਿੱਤੇ। ਅਸ ਕਹਿ ਬਾਰ ਬਾਰ ਪਦ ਬੰਦਨ, ਤੁਧ ਦਰਸ਼ਨ ਤ੍ਰੈਤਾਪ ਨਿਕੰਦਨ। ਕਹਿੰਦੇ ਵੀ ਇਹ ਕਹਿ ਕੇ ਪਾਂਧਾ ਬਾਰ-ਬਾਰ ਮਾਫੀਆਂ ਮੰਗਦਾ ਨਾ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਹੀ ਮੱਥਾ ਟੇਕੀ ਜਾਂਦਾ।
ਤੇ ਕਹਿੰਦਾ ਵੀ ਮੈਂ ਤੁਹਾਡੇ ਦਰਸ਼ਨ ਕਰਕੇ ਮੇਰੇ ਤਿੰਨੇ ਤਾਪ ਜਿਹੜੇ ਨੇ ਉਹ ਦੂਰ ਹੋ ਗਏ। ਆਦ ਵਿਆਦ ਉਪਾਦ ਭਾਵ ਮਨ ਦੀ ਪੀੜਾ, ਸਰੀਰਕ ਦੁੱਖ ਤੇ ਉਤੋਂ ਦੀਆਂ ਜਿਹੜੀਆਂ ਵਿਪਤਾਵਾਂ ਮੇਰੇ ਉੱਤੇ ਪਈਆਂ ਸੀ, ਮੁਸੀਬਤਾਂ ਮੇਰੇ ਪਈਆਂ ਸੀ ਨਾ, ਉਹ ਸਾਰੀਆਂ ਮੇਰੀਆਂ ਦੂਰ ਹੋ ਗਈਆਂ। ਨਾਮ ਤਰਾਇਓ ਕਾਲੂ ਨੰਦਨ, ਨਰ ਤਾਰਨ ਕਾਲ ਕੇ ਮਤ ਮੰਦਨ। ਕਹਿੰਦਾ ਵੀ ਤੁਸੀਂ ਮਹਿਤਾ ਕਾਲੂ ਜੀ ਦੇ ਘਰ ਦੇ ਵਿੱਚ ਪੁੱਤਰ ਦੇ ਰੂਪ ਦੇ ਵਿੱਚ ਜਨਮ ਲਿਆ। ਇਹਨਾਂ ਦੁਨਿਆਵੀ ਲੋਕਾਂ ਦਾ, ਕਲਯੁਗ ਦੇ ਮਤਹੀਨ ਲੋਕਾਂ ਦਾ ਉਧਾਰ ਕਰਨ ਵਾਸਤੇ। ਬਹੁਰੋ ਭਇਓ ਤੂਸ਼ਨੀ ਪਾਂਦਾ, ਉਰ ਲਖ ਕਰ ਸੁਖ ਕਥ ਅਗਾਦਾ। ਬਾਅਦ ਵਿੱਚ ਪਾਂਦਾ ਕਹਿੰਦੇ ਬਿਲਕੁਲ ਖਾਮੋਸ਼ ਹੋ ਗਿਆ ਜਦੋਂ ਗਿਆਨ ਹਾਸਲ ਹੋ ਗਿਆ ਨਾ। ਹੁਣ ਪਾਂਦੇ ਦੇ ਕੋਲ ਕੋਈ ਵੀ ਬੋਲਣ ਲਈ ਬਚਨ ਨਹੀਂ ਤੇ ਉਹ ਚੁੱਪਚਾਪ ਹਿਰਦੇ ਦੇ ਵਿੱਚ ਉਸ ਦੇ ਨਾਂ ਬਿਆਨ ਕਰਨ ਜੋਗਾ ਥਾ ਸੁਖ ਪ੍ਰਾਪਤ ਕੀਤਾ, ਵੀ ਜਿਸ ਦਾ ਕਿਸੇ ਵੀ ਤਰ੍ਹਾਂ ਨਾ ਕਥਨ ਨਹੀਂ ਕੀਤਾ ਜਾ ਸਕਦਾ, ਇਹੋ ਜਿਹਾ ਸੁਖ ਪ੍ਰਾਪਤ ਕਰ ਲਿਆ। ਪਾ ਆਨੰਦ ਮੂਹ ਕੰਗ ਮਠਿਆਈ, ਤਤ ਬੇਤਨ ਕੀ ਪਦਵੀ ਪਾਈ। ਕਹਿੰਦੇ ਵੀ ਜਿਵੇਂ ਕੋਈ ਗੂੰਗਾ ਮਠਿਆਈ ਖਾ ਲਵੇ ਨਾ, ਉਹ ਉਸ ਮਠਿਆਈ ਦਾ ਰਸ ਨਹੀਂ ਦੱਸ ਸਕਦਾ ਵੀ ਇਹ ਮਠਿਆਈ ਕਿਹੋ ਜਿਹੀ ਹੈ, ਪਰ ਉਸਨੇ ਆਪਣੀ ਰਸ ਦੇ ਜੀਭ ਦੇ ਨਾਲ ਉਹ ਸਵਾਦ ਚੱਖ ਲਿਆ, ਪਰ ਉਹ ਬਿਆਨ ਨਹੀਂ ਕਰ ਸਕਦਾ। ਇਸੇ ਤਰ੍ਹਾਂ ਕਹਿੰਦੇ ਵੀ ਹੁਣ ਪਾਂਦਾ ਵੀ ਜਿਹੋ ਜਿਹਾ ਗੁਰੂ ਸਾਹਿਬ ਜੀ ਦੇ ਕੋਲੋਂ ਗਿਆਨ ਹਾਸਲ ਕਰ ਲਿਆ, ਉਸ ਦੇ ਕੋਲ ਕੋਈ ਵੀ ਸ਼ਬਦ ਨਹੀਂ ਵੀ ਉਹ ਕਿਸ ਤਰ੍ਹਾਂ ਬਿਆਨ ਕਰ ਸਕੇ ਵੀ ਮੈਂ ਕਿਸ ਤਰ੍ਹਾਂ ਦਾ ਇਸ ਦਾ ਰਸ ਮਾਣਿਆ ਹੈ। ਤੇ ਇਸੇ ਤਰ੍ਹਾਂ ਪਾਂਦੇ ਨੇ ਉਸ ਦਿਨ ਇਸ ਗੁਰੂ ਸਾਹਿਬ ਜੀ ਦੀ ਸ਼ਰਨ ਦੇ ਵਿੱਚ ਆ ਕੇ ਮਹਾ ਗਿਆਨ ਦੀ ਪਦਵੀ ਹਾਜ਼ਰ ਕਰ ਲਈ। ਤੇ ਇਸੇ ਤਰ੍ਹਾਂ ਅਸੀਂ ਇਸ ਚੱਲ ਰਹੇ ਪ੍ਰਸੰਗ ਦੇ ਵਿੱਚੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਅਤੇ ਪੰਜ ਦੀ ਵਿਚਾਰ ਚਰਚਾ ਦਾ ਜੋ ਪ੍ਰਸੰਗ ਸੀ ਅੱਜ ਦੇ ਦੀਵਾਨਾਂ ਦੇ ਵਿੱਚ ਸਮਾਪਤ ਹੋਇਆ ਹੈ। ਕੱਲ੍ਹ ਤੋਂ ਅਸੀਂ 7ਵੇਂ ਅਧਿਆਏ ਦੀ ਆਰੰਭਤਾ ਕਰਾਂਗੇ, ਜਿਸ ਦੇ ਵਿੱਚ ਗੁਰੂ ਸਾਹਿਬ ਜੀ ਦੀ ਬਾਲ ਲੀਲਾ ਤੇ ਹੋਰ ਵਿਚਾਰ ਚਰਚਾ ਜਿਹੜੀ ਉਹਨਾਂ ਦੇ ਨਾਲ ਪਿਤਾ ਜੀ ਦੇ ਨਾਲ ਹੁੰਦੀ ਹੈ, ਉਹ ਸਾਰਾ ਅਸੀਂ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਆਰੰਭ ਕਰਾਂਗੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਉਹਨਾਂ ਭੁੱਲਾਂ ਚੁੱਕਾਂ ਦੀ ਖਿਮਾ। ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।